ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀਓ, ਆਸਾੜ ਤਪੰਦਾ ਤਿਸ ਲੱਗੈ, ਹਰ ਨਹਾ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਆਸਾੜ ਤਪੰਦਾ ਤਿਸ ਲੱਗੈ, ਹਰ ਨਹਾ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਐ ਭਾਏ ਵਿਗੁਚੀਐ, ਗਲ ਪਾਈਸ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਾ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ
ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਜੁੜ ਬੈਠੇ ਅਤੇ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਪਾਵਨ ਅਸਥਾਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਣ ਦੇ ਰਾਹੀਂ ਘਰਾਂ ਵਿੱਚ ਬੈਠ ਕਰਕੇ ਪਾਵਨ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਸਰਵਨ ਕਰਨ ਲਈ ਜੁੜ ਕੇ ਬੈਠੇ ਗੁਰੂ ਸਵਾਰਿਓ, ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾਲਤਾ ਦੇ ਸਦਕਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਬੜੇ ਹੀ ਸਤਿਕਾਰ ਸਹਿਤ ਆਪ ਜੀ ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਪਾਵਨ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਰਵਨ ਕਰ ਰਹੇ ਸੀ ਅਤੇ ਸਾਧ ਸੰਗਤ ਅੱਜ ਹਾੜ ਦਾ ਮਹੀਨਾ ਆਰੰਭ ਹੋਇਆ ਹੈ। ਹਾੜ ਦੇ ਮਹੀਨੇ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਪਾਵਨ ਬਾਣੀ 12ਵਾਂ ਮਾਂਝ ਰਾਗ ਦੇ ਅੰਦਰ ਇਹ ਜੋ ਪਾਵਨ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ, ਆਓ ਇਹਨਾਂ ਪਾਵਨ ਬਚਨਾਂ ਨੂੰ ਗੁਰੂ ਕੀ ਗੋਦ ਵਿੱਚ ਗੁਰੂ ਕਾ ਆਸਰਾ ਲੈ ਕਰਕੇ ਵਿਚਾਰਨ ਦਾ ਯਤਨ ਕਰੀਏ। ਸੋ ਸਾਰੀਆਂ ਸੰਗਤਾਂ ਸ਼ਬਦ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਨੁੱਖ ਨੂੰ ਜ਼ਿੰਦਗੀ ਜਿਉਣ ਦੇ ਉਪਦੇਸ਼ ਬਖਸ਼ਿਸ਼ ਕੀਤੇ ਨੇ ਤੇ ਇੱਕ ਚੀਜ਼ ਤੁਸੀਂ ਨੋਟ ਕਰੋਗੇ ਕਿ ਜਿਵੇਂ ਜਿਵੇਂ ਸਮੇਂ ਦੀ ਵੰਡ ਕੀਤੀ ਗਈ ਉਹਦੇ ਮੁਤਾਬਕ ਵੀ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤੇ ਨੇ। ਜੇਕਰ ਸਮੇਂ ਦੀ ਵੰਡ ਦੀ ਗੱਲ ਕਰੀਏ ਤੇ ਸਮੇਂ ਦੀ ਸਭ ਤੋਂ ਛੋਟੀ ਇਕਾਈ ਹੈ ਅੱਖ ਦਾ ਝਮਕਣਾ, ਜਿਹਨੂੰ ਆਪਾਂ ਅੱਖ ਦਾ ਫੋਰ ਕਹਿੰਦੇ ਆ। ਇਹ ਸਮੇਂ ਦੀ ਸਭ ਤੋਂ ਛੋਟੀ ਇਕਾਈ ਹੈ ਅੱਖ ਦਾ ਫੋਰ। ਤੇ ਸਾਧ ਸੰਗਤ 15 ਵਰੀ ਅੱਖ ਝਮਕੀ ਜਾਏ, ਭਾਵ 15 ਅੱਖ ਦੇ ਜਿਹੜੇ ਫੋਰ ਨੇ ਇਹਨਾਂ ਦਾ ਇੱਕ ਵਿਸਾ ਬਣਦਾ ਹੈ। 15 ਅੱਖ ਦੇ ਫੋਰ ਇੱਕ ਵਿਸਾ ਤੇ 15 ਵਿਸਿਆਂ ਦਾ ਇੱਕ ਚੱਸਾ ਬਣੇਗਾ। 30 ਚੱਸਿਆਂ ਦਾ ਇੱਕ ਪਲ ਹੈ ਤੇ 60 ਪਲਾਂ ਦੀ ਇੱਕ ਘੜੀ। 7.5 ਘੜੀਆਂ ਦਾ ਇੱਕ ਪਹਿਰ ਬਣਦਾ ਏ। ਇਸੇ ਤਰ੍ਹਾਂ 4 ਪਹਿਰਾਂ ਦਾ ਫਿਰ ਦਿਨ ਬਣਿਆ, 4 ਪਹਿਰਾਂ ਦੀ ਰਾਤ ਬਣੀ, 8 ਪਹਿਰਾਂ ਦਾ ਇੱਕ ਦਿਨ ਰਾਤ ਬਣ ਗਿਆ। ਇਸੇ ਤਰ੍ਹਾਂ 7 ਦਿਨ ਮਿਲਾ ਕੇ ਇੱਕ ਹਫ਼ਤਾ ਬਣ ਜਾਂਦਾ। 30 ਦਿਨਾਂ ਦਾ ਮਹੀਨਾ ਬਣਿਆ ਤੇ ਸਾਧ ਸੰਗਤ 12 ਮਹੀਨਿਆਂ ਦਾ ਸਾਲ ਤੇ 100 ਸਾਲ ਜਦੋਂ ਬਤੀਤ ਹੋ ਜਾਵੇ ਉਹਨੂੰ ਇੱਕ ਸਦੀ ਕਹਿੰਦੇ ਆ। ਤੇ ਐਸੀਆਂ ਸੈਂਕੜੇ ਸਦੀਆਂ ਤੋਂ ਬਾਅਦ ਯੁੱਗ ਜਿਹੜੇ ਨੇ ਉਹ ਬਣਦੇ ਨੇ। ਹੁਣ ਜਿਸ ਹਿਸਾਬ ਨਾਲ ਸਮੇਂ ਦੀ ਵੰਡ ਕੀਤੀ ਗਈ ਹੈ, ਗੁਰਬਾਣੀ ਦੇ ਵਿੱਚ ਵੀ ਇਸ ਸਮੇਂ ਦੀ ਵੰਡ ਨੂੰ ਲੈ ਕੇ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤੇ ਨੇ। ਤੁਸੀਂ ਬਾਣੀ ਦਿਨ ਰਹਿਣ ਵੀ ਪੜੋਗੇ, ਇੱਥੇ ਪਹਿਰਿਆਂ ਦੇ ਰਾਹੀਂ ਵੀ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗੁਰਬਾਸ ਉਤਰ ਕਰੇ ਵਣਜਾਰਿਆ ਮਿੱਤਾ। ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ। ਨਾ ਮਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ।
ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ, ਕਉ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ। ਇੱਥੇ ਮਹਾਰਾਜ ਨੇ ਪਹਿਲੀ ਵੀ ਗੱਲ ਕੀਤੀ ਹੈ, ਵਾਰਾਂ ਦੀ ਵੀ ਗੱਲ ਕੀਤੀ ਹੈ ਕਿ ਸਾਧ ਸੰਗਤ ਜੇ ਮਹੀਨੇ ਆਏ, ਦੇਸੀ ਮਹੀਨੇ ਜਿਨ੍ਹਾਂ ਦੀ ਆਰੰਭਤਾ ਚੇਤ ਤੋਂ ਹੁੰਦੀ ਹੈ, ਸਤਿਗੁਰੂ ਜੀ ਨੇ ਇਹਨਾਂ ਦੇਸੀ ਮਹੀਨਿਆਂ ਦੇ ਨਾਵਾਂ ਨੂੰ ਵਰਤ ਕੇ ਵੀ ਗੁਰਮਤਿ ਉਪਦੇਸ਼ ਦ੍ਰਿੜ ਕਰਵਾਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 2 ਮਾਹ ਅਸੀਂ ਪੜ੍ਹਦੇ ਹਾਂ। ਇੱਕ 12 ਮਾਝ ਰਾਗ ਦੇ ਅੰਦਰ ਹੈ, ਜਿਹੜਾ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ, ਤੇ ਦੂਸਰਾ 12 ਮਾਹ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਤੁਖਾਰੀ ਰਾਗ ਦੇ ਅੰਦਰ। ਦੇਸੀ ਮਹੀਨਿਆਂ ਦੇ ਨਾਮ ਵਰਤ ਕੇ ਮਹਾਰਾਜ ਨੇ ਗੁਰਮਤਿ ਦਾ ਉਪਦੇਸ਼ ਸਾਨੂੰ ਦ੍ਰਿੜ ਕਰਾਇਆ ਹੈ। ਹੁਣ ਜੇਕਰ ਗੱਲ ਯੁੱਗਾਂ ਦੀ ਚੱਲੀ ਤੇ ਸਤਿਗੁਰੂ ਜੀ ਨੇ ਉਹਨਾਂ ਯੁੱਗਾਂ ਦੇ ਰਾਹੀਂ ਵੀ ਸਾਨੂੰ ਉਪਦੇਸ਼ ਦਿੱਤਾ। ਜਦੋਂ ਦੁਨੀਆ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਲਯੁੱਗ ਚੱਲ ਰਿਹਾ ਏ, ਤੇ ਮਹਾਰਾਜ ਨੇ ਆਖਿਆ ਜੇ ਕਲਯੁੱਗ ਹੈ ਤਾਂ ਉਸ ਅਕਾਲ ਪੁਰਖ ਦੀ ਬੰਦਗੀ ਕਰੋ, ਕਿਉਂਕਿ ਉਹਦੇ ਤੋਂ ਬਿਨਾਂ ਤੁਹਾਡਾ ਭਲਾ ਨਹੀਂ ਹੋਣਾ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ ਆਨਰੁੱਤ ਨਾਹੀ ਨਾਹੀ। ਮਹਾਰਾਜ ਨੇ ਉੱਥੇ ਵੀ ਗੁਰਮਤਿ ਉਪਦੇਸ਼ ਦ੍ਰਿੜ ਕਰਾਇਆ ਹੈ। ਇਸੇ ਤਰ੍ਹਾਂ ਜਿਹੜੇ 12 ਮਹੀਨੇ ਦੇਸੀ ਨਾਮ ਜਿਨ੍ਹਾਂ ਦੀ ਚੇਤ ਤੋਂ ਆਰੰਭਤਾ ਹੁੰਦੀ ਹੈ, ਇਹਨਾਂ ਮਹੀਨਿਆਂ ਦੇ ਨਾਮ ਮਹਾਰਾਜ ਨੇ ਵਰਤ ਕੇ ਗੁਰਮਤਿ ਉਪਦੇਸ਼ ਦ੍ਰਿੜ ਕਰਾਇਆ ਹੈ। ਸਾਧ ਸੰਗਤ ਜੇਕਰ ਆਪਾਂ 12 ਮਾਹ ਦੀ ਬਾਣੀ ਸਮੁੱਚੀ ਪੜਾਂਗੇ ਤੇ ਇੱਕ ਲੜੀ ਜਿਹੜੀ ਹੈ ਉਹ ਪ੍ਰੋਤੀ ਮਹਾਰਾਜ ਨੇ। ਗੱਲ ਸ਼ੁਰੂ ਹੁੰਦੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇੱਕ ਅਰਦਾਸ ਤੋਂ ਗੱਲ ਸ਼ੁਰੂ ਹੋਈ ਕਿ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਾਹਿਗੁਰੂ ਜੀ ਤੁਹਾਡੇ ਤੋਂ ਵਿਛੜੇ ਹੋਏ ਆ। ਇੰਨੇ ਕਰਮ ਸਾਡੇ ਚੰਗੇ ਨਹੀਂ ਕਿ ਅਸੀਂ ਆਪਣੇ ਕਰਮਾਂ ਕਰਕੇ ਤੁਹਾਨੂੰ ਮਿਲ ਸਕੀਏ। ਤੁਸੀਂ ਕਿਰਪਾ ਕਰਕੇ ਆਪ ਹੀ ਸਾਨੂੰ ਨਾਲ ਮਿਲਾ ਲਓ। ਇੱਥੋਂ ਆਰੰਭਤਾ ਹੋਈ। ਫਿਰ ਚੇਤ ਦਾ ਮਹੀਨਾ ਆਪਾਂ ਪੜ੍ਹਦੇ ਹਾਂ। ਉੱਥੇ ਜਗਿਆਸੂ ਵੱਲੋਂ ਇੱਕ ਸਵਾਲ ਕੀਤਾ ਗਿਆ। ਕੀ ਸਵਾਲ? ਕਿ ਮੇਰੀ ਜ਼ਿੰਦਗੀ ਵਿੱਚ ਆਨੰਦ ਕਿਵੇਂ ਆਵੇ। ਇਹ ਸਵਾਲ ਸਾਡੇ ਸਾਰਿਆਂ ਦਾ ਹੀ ਹੈ। ਹਰ ਇੱਕ ਬੰਦਾ ਇਸੇ ਖਾਤਰ ਭੱਜਿਆ ਫਿਰਦਾ ਕਿ ਮੈਂ ਜ਼ਿੰਦਗੀ ਵਿੱਚ ਆਨੰਦ ਪ੍ਰਾਪਤ ਕਰਾਂ, ਤੇ ਆਨੰਦ ਵੀ ਮੋਟਾ ਨਹੀਂ, ਆਨੰਦ ਵੀ ਬਹੁਤ ਜ਼ਿਆਦਾ ਹੋਣਾ ਚਾਹੀਦਾ ਹੈ। ਤੇ ਹਜੂਰ ਨੇ ਚੇਤ ਦੇ ਮਹੀਨੇ ਰਾਹੀਂ ਇਹ ਉਪਦੇਸ਼ ਬਖਸ਼ਿਸ਼ ਕੀਤਾ। ਕਹਿੰਦੇ ਜੇ ਤੂੰ ਜ਼ਿੰਦਗੀ ਵਿੱਚ ਆਨੰਦ ਚਾਹੁੰਦਾ ਹੈ ਤਾਂ ਇੱਕ ਕੰਮ ਕਰੀ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਕਹਿੰਦੇ ਜੇ ਗੋਬਿੰਦ ਦੀ ਅਰਾਧਨਾ ਕਰੇਗਾ ਤੇ ਘਣਾ ਆਨੰਦ ਪ੍ਰਾਪਤ ਹੋ ਸਕਦਾ ਹੈ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਇਸ ਕਰਕੇ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਨੂੰ ਚੇਤੇ ਕਰਿਆ ਕਰ। ਅਗਲਾ ਮਹੀਨਾ ਜਿਹੜਾ ਵਿਸਾਖ ਦਾ ਆਉਂਦਾ ਹੈ, ਉੱਥੇ ਫਿਰ ਹਜੂਰ ਨੇ ਉਪਦੇਸ਼ ਦਿੱਤਾ। ਵੈਸਾਖ ਧੀਰਣ ਕਿਉਂ ਵਾਂਡੀਆਂ ਜਿਨ੍ਹਾਂ ਪ੍ਰੇਮ ਵਿਸ਼ੋ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਆਖਿਆ ਮਾਇਆ ਦੇ ਮੋਹ ਵਿੱਚ ਪੈ ਕੇ ਜਿਹੜੀਆਂ ਜੀਵ ਰੂਪ ਇਸਤਰੀਆਂ ਪ੍ਰਭੂ ਚਰਨਾਂ ਤੋਂ ਵਿਛੜੀਆਂ ਹੋਈਆਂ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਨਹੀਂ, ਆਨੰਦ ਨਹੀਂ, ਟਿਕਾ ਨਹੀਂ। ਉਹਨਾਂ ਨੂੰ ਧੀਰਜ ਕਿਵੇਂ ਆਵੇ। ਅੱਗੇ ਫਿਰ ਮਹਾਰਾਜ ਨੇ ਜੇਠ ਦੇ ਮਹੀਨੇ ਰਾਹੀਂ ਫਿਰ ਉਪਦੇਸ਼ ਦ੍ਰਿੜ ਕਰਾਇਆ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆਂ ਕਿਸੇ ਨਾ ਦੇਈ ਬੰਨ। ਆਖਿਆ ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜ ਜਾਈਏ ਜਿਹਦੇ ਅੱਗੇ ਸਾਰੀ ਖਲਕਤ ਝੁਕ ਰਹੀ ਹੈ, ਉਹਦੇ ਚਰਨੀ ਲੱਗੇ ਰਹੀਏ ਤਾਂ ਕੋਈ ਜਾਮਾਦਕ ਸਾਨੂੰ ਬੰਨ ਕੇ ਅੱਗੇ ਲੈ ਕੇ ਨਹੀਂ ਜਾ ਸਕਦਾ। ਅੱਜ ਜਿਹੜਾ ਸ਼ਬਦ ਆਪਾਂ ਵਿਚਾਰਨਾ ਹੈ, ਹਾੜ ਦਾ ਮਹੀਨਾ। ਆਮ ਤੌਰ ਤੇ ਇਹਨੂੰ ਆਪਾਂ ਹਾੜ ਕਹਿੰਦੇ ਹਾਂ, ਪਰ ਹਜੂਰ ਨੇ ਜਿਹੜੇ ਸ਼ਬਦ ਇੱਥੇ ਵਰਤੇ ਨੇ ਆਸਾੜ। ਹੁਣ ਹਾੜ ਦਾ ਮਹੀਨਾ, ਜੇਠ ਦਾ ਮਹੀਨਾ, ਇਹ ਅਤ ਗਰਮੀ ਵਾਲਾ ਮੌਸਮ ਹੈ, ਜਿਸ ਨੂੰ ਗ੍ਰੀਕ ਰੁੱਤ ਕਹਿੰਦੇ, ਗਰਮੀ ਦੀ ਰੁੱਤ। ਕਿਉਂਕਿ 6 ਰੁੱਤਾਂ ਨੇ, 12 ਮਹੀਨੇ ਨੇ, 6 ਰੁੱਤਾਂ ਨੇ।
ਅੱਗੇ ਸਾਉਣ ਤੇ ਭਾਦਰੋਂ ਦੇ ਵਿੱਚ ਫਿਰ ਵਰਖਾ ਰੁੱਤ, ਬਰਸਾਤ ਦੀ ਰੁੱਤ ਸ਼ੁਰੂ ਹੋ ਜਾਣੀ ਹੈ। ਫਿਰ ਬਹਾਰ ਆਏਗੀ, ਫਿਰ ਪਤਝੜ ਆਏਗੀ, ਫਿਰ ਠੰਡੇ ਸਰਦੀ ਦੀ ਰੁੱਤ ਹੈ, ਫਿਰ ਬਸੰਤ ਰੁੱਤ ਹੈ। ਇਸੇ ਤਰ੍ਹਾਂ ਰੁੱਤਾਂ ਦਾ ਚੱਕਰ ਬਣਿਆ ਹੋਇਆ ਹੈ। ਜਿਉਂ-ਜਿਉਂ ਧਰਤੀ ਸੂਰਜ ਦੇ ਨੇੜੇ ਜਾਂਦੀ ਹੈ, ਤਿਉਂ-ਤਿਉਂ ਉਹ ਗਰਮੀ ਜਿਹੜੀ ਹੈ ਵੱਧ ਰਹੀ ਹੈ। ਹੁਣ ਧਰਤੀ ਦਾ ਜਿਹੜਾ ਭਾਗ ਸੂਰਜ ਦੇ ਜ਼ਿਆਦਾ ਨੇੜੇ, ਉੱਥੇ ਤਪਸ਼ ਜ਼ਿਆਦਾ। ਜਿਹੜਾ ਭਾਗ ਸੂਰਜ ਤੋਂ ਦੂਰ ਹੋ ਗਿਆ, ਉੱਥੇ ਠੰਡਾ ਮੌਸਮ ਹੈ। ਹੁਣ ਜੇ ਵੇਖਿਆ ਜਾਏ ਤੇ ਪੂਰੇ ਵਿਸ਼ਵ ਦੇ ਅੰਦਰ ਐਸੇ ਵੀ ਮੁਲਕ ਹਨ ਜਿੱਥੇ ਹਾੜ ਦੇ ਮਹੀਨੇ ਵੀ ਬਰਫ਼ ਪੈ ਰਹੀ ਹੈ। ਤਾਂ ਗੁਰਬਾਣੀ ਜਿਹੜੀ ਹੈ, ਇਸ ਦੇ ਭਾਵ ਅਰਥਾਂ ਨੂੰ ਸਮਝਣਾ ਪਵੇਗਾ। ਜਿਸ ਖਿੱਤੇ ਦੇ ਵਿੱਚ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ, ਭਾਵ ਇਹ ਪੰਜਾਬ ਦੀ ਧਰਤੀ, ਹਿੰਦੁਸਤਾਨ ਦੀ ਧਰਤੀ, ਇਹਦੇ ਨਾਲ ਲੱਗਦੇ ਇਲਾਕੇ, ਇੱਥੇ ਆਪਾਂ ਸਾਰੇ ਜਾਣਦੇ ਹਾਂ ਕਿ ਜੇਠ ਤੇ ਹਾੜ ਦਾ ਮਹੀਨਾ ਬਹੁਤ ਜ਼ਿਆਦਾ ਗਰਮੀ ਵਾਲਾ, ਬਹੁਤ ਜ਼ਿਆਦਾ ਤਪਸ਼ ਹੈ, ਲੋ ਪੈ ਰਹੀ ਹੈ, ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਉਸ ਗਰਮੀ ਤੋਂ ਹਰ ਕੋਈ ਬੰਦਾ ਜਿਹੜਾ ਹੈ ਹੋ ਜਾਂਦਾ ਹੈ। ਇਸ ਕਰਕੇ ਲੋਕ ਹਾੜ ਦੀ ਤਪਸ਼ ਤੋਂ, ਗਰਮੀ ਤੋਂ ਬਚਣ ਵਾਸਤੇ ਕੀ ਕਰਦੇ ਨੇ? ਕੁਝ ਲੋਕ ਠੰਡੇ ਇਲਾਕਿਆਂ ਵੱਲ ਚਲੇ ਜਾਂਦੇ ਨੇ ਕਿ ਚਲੋ ਕੋਈ 10-15 ਦਿਨ, 20 ਦਿਨ, ਮਹੀਨਾ ਕਿਸੇ ਠੰਡੇ ਇਲਾਕੇ ਵਿੱਚ ਬਤੀਤ ਕਰਕੇ ਆਈਏ, ਇਸ ਹਾੜ ਦੀ ਤਪਸ਼ ਤੋਂ ਸਾਨੂੰ ਛੁਟਕਾਰਾ ਮਿਲ ਜਾਏਗਾ। ਕੁਝ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹ ਹਾੜ ਦੀ ਤਪਸ਼ ਤੋਂ ਬਚਣ ਵਾਸਤੇ ਕੋਈ ਕੂਲਰ ਦਾ ਪ੍ਰਬੰਧ ਹੈ, ਕੋਈ ਏਸੀ, ਪੱਖੇ ਲਾ ਲੈਂਦਾ ਹੈ ਕਿ ਹਾੜ ਦੀ ਤਪਸ਼ ਤੋਂ ਬਚ ਜਾਈਏ। ਤੇ ਮਹਾਰਾਜ ਨੇ ਆਖਿਆ ਹਾੜ ਦਾ ਮਹੀਨਾ ਬੜਾ ਗਰਮੀ ਵਾਲਾ ਹੈ, ਇਸ ਗਰਮੀ ਤੋਂ ਬਚਣ ਦੇ ਲਈ ਕਈ ਸਾਧਨ ਮਨੁੱਖ ਨੇ ਕਰ ਲਏ। ਕਿਸੇ ਨੇ ਏਸੀ ਲਾ ਲਿਆ, ਕਿਸੇ ਨੇ ਕੂਲਰ ਤੇ ਪੱਖੇ ਲਾਏ ਨੇ, ਕੋਈ ਠੰਡੇ ਇਲਾਕਿਆਂ ਵਿੱਚ ਜਾ ਕੇ ਬੈਠ ਗਿਆ। ਮਹਾਰਾਜ ਕਹਿਣ ਲੱਗੇ ਜਿਹੜੀ ਬਾਹਰੀ ਤੌਰ ਤੇ ਤਪਸ਼ ਹੈ ਗਰਮੀ ਹਾੜ ਦੀ, ਇਹਦੇ ਤੋਂ ਬਚਣ ਲਈ ਸੈਂਕੜੇ ਵਸੀਲੇ ਮਨੁੱਖ ਨੇ ਬਣਾਏ ਨੇ, ਪਰ ਅਸਲ ਦੇ ਅੰਦਰ ਜੇ ਮਨੁੱਖ ਦੇ ਅੰਦਰ ਦੀ ਗੱਲ ਕਰੀਏ ਤੇ ਜਿਵੇਂ ਹਾੜ ਦਾ ਮਹੀਨਾ ਤਪਿਆ ਹੋਇਆ ਹੈ, ਇਸੇ ਤਰ੍ਹਾਂ ਮਨੁੱਖ ਅੰਦਰੋਂ ਤਪੇ ਹੋਏ ਨੇ। ਅੰਦਰ ਤਪਸ਼ ਹੈ, ਉਸ ਤਪਸ਼ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਹ ਮਹਾਰਾਜ ਨੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਕਿਰਪਾ ਕੀਤੀ। ਆਸਾੜ ਤਪੰਦਾ ਤਿਸ ਲੱਗੈ, ਹਰ ਨਹਾਨ ਜਿੰਨਾ ਪਾਸ। ਨਾ ਕਹਿੰਦੇ ਖਸਮ ਨੂੰ, ਮਾਲਕ ਨੂੰ, ਕਹਿੰਦੇ ਹਾੜ ਦਾ ਮਹੀਨਾ ਤਪਦਾ ਹੋਇਆ ਉਹਨਾਂ ਜੀਵਾਂ ਨੂੰ ਪ੍ਰਤੀਤ ਹੁੰਦਾ ਏ ਜਿਨ੍ਹਾਂ ਜੀਵਾਂ ਦੇ ਕੋਲ ਹਰੀ ਖਸਮ ਮਾਲਕ ਨਹੀਂ। ਹਾੜ ਦੇ ਮਹੀਨੇ ਵਿੱਚ ਉਹ ਜੀਵ ਤਪੇ ਹੋਏ, ਖਪੇ ਹੋਏ ਰਹਿੰਦੇ ਨੇ ਜਿਨ੍ਹਾਂ ਨੂੰ ਖਸਮ ਮਾਲਕ ਪ੍ਰਭੂ ਵਿਸਰਿਆ ਹੋਇਆ, ਭੁੱਲਿਆ ਹੋਇਆ, ਜਿਨ੍ਹਾਂ ਦੇ ਕੋਲ ਹੈ। ਹੁਣ ਨੁਕਤਾ ਬੜਾ ਸਮਝਣ ਵਾਲਾ ਹੈ। ਮਨੁੱਖ ਨੇ ਹਾੜ ਦੀ ਤਪਸ਼ ਤੋਂ ਬਚਣ ਵਾਸਤੇ ਬਾਹਰੀ ਤੌਰ ਤੇ ਬੜੇ ਸਾਧਨ ਇਕੱਠੇ ਕਰ ਲਏ, ਪਰ 에ਅਰ ਕੰਡੀਸ਼ਨ ਕਮਰਿਆਂ ਦੇ ਵਿੱਚ ਬੈਠਾ ਹੋਇਆ ਮਨੁੱਖ ਵੀ ਤਪਿਆ ਹੋਇਆ ਹੈ, ਤਪਿਆ ਹੋਇਆ। ਇਸ ਤਪਸ਼ ਦਾ ਕੀ ਕਾਰਨ ਹੈ? ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹੀਏ। ਮਹਾਰਾਜ ਨੇ ਫੈਸਲਾ ਦਿੱਤਾ। ਬੜੇ ਪਿਆਰੇ ਬਚਨ ਗੁਰੂ ਨਾਨਕ ਸਾਹਿਬ ਦੇ ਜੈਤ ਸਰੀ ਰਾਗ ਦੇ ਅੰਦਰ, ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੇ, ਤੇਰਾ ਚਿੱਤ ਨਾ ਆਵੇ ਨਾਉ, ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਖਸਮ ਮਾਲਕ ਵਿਸਰ ਗਿਆ, ਉਹ ਹਾੜ ਦੇ ਮਹੀਨੇ ਦੀ ਤਰ੍ਹਾਂ ਖਪੇ ਹੋਏ ਤੇ ਤਪੇ ਹੋਏ ਰਹਿਣਗੇ। ਉਹਦੀ ਯਾਦ ਤੋਂ ਬਿਨਾ, ਉਹਦੇ ਸਿਮਰਨ ਤੋਂ ਬਿਨਾ ਹੋਰ ਕੋਈ ਵਸੀਲਾ ਨਹੀਂ ਹੈ ਅੰਦਰ ਦੀ ਤਪਸ਼ ਨੂੰ ਖਤਮ ਕਰਨ ਵਾਸਤੇ। ਤੇ ਸੱਚ ਜਾਣਿਓ, ਹਰੇਕ ਮਨੁੱਖ ਅੰਦਰੋਂ ਸੜਿਆ ਹੋਇਆ, ਭੁੱਜਿਆ ਹੋਇਆ ਹੈ। ਕੋਈ ਮਨੁੱਖ ਦਾਵਾ ਅਗਨ ਦੇ ਵਿੱਚ ਸੜ ਰਿਹਾ ਹੈ,
ਕਿਤੇ ਮਨੁੱਖ ਦੇ ਅੰਦਰ ਈਰਖਾ ਦੀ ਅੱਗ ਲੱਗੀ ਹੋਈ ਹੈ ਤੇ ਮਹਾਰਾਜ ਨੇ ਮਾਇਆ ਨੂੰ ਵੀ ਇੱਕ ਅੱਗ ਆਖਿਆ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਕਹਿੰਦੇ ਮਾਇਆ ਦੀ ਅੱਗ ਵੀ ਸੰਸਾਰ ਦੇ ਵਿੱਚ ਵਿਆਪ ਰਹੀ ਹੈ। ਕਿਤੇ ਮੋਹ ਦੇ ਚਿੱਕੜ ਵਿੱਚ ਬੰਦਾ ਫਸਿਆ ਹੋਇਆ ਹੈ। ਹੁਣ ਹਰ ਇੱਕ ਮਨੁੱਖ ਇਸ ਤਪਸ਼ ਦੇ ਵਿੱਚ ਹੈ ਤੇ ਸਾਧ ਸੰਗਤ ਖਸਮ ਚੇਤੇ ਨਹੀਂ, ਮਾਲਕ ਪ੍ਰਭੂ ਵਿਸਰਿਆ ਹੋਇਆ ਏ। ਤੇ ਮਹਾਰਾਜ ਨੇ ਆਖਿਆ ਤੇਰੀ ਇਹ ਤਪਸ਼ ਜਿਹੜੀ ਹੈ ਇਹ ਮਿਟ ਨਹੀਂ ਸਕਦੀ, ਜਿੰਨੇ ਮਰਜ਼ੀ ਤੂੰ ਯਤਨ ਕਰ ਲੈ। ਹੁਣ ਬੜਾ ਪਿਆਰਾ ਇੱਕ ਖਿਆਲ ਹਜੂਰ ਨੇ ਬਾਣੀ ਦੇ ਵਿੱਚ ਬਖਸ਼ਿਆ। ਪੰਚਮ ਪਾਤਸ਼ਾਹ ਦੇ ਪਾਵਨ ਬਚਨ ਨੇ। ਮਹਾਰਾਜ ਕਹਿਣ ਲੱਗੇ, ਕਈ ਵਾਰ ਆਪਾਂ ਵੇਖਦੇ ਹਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਵਰਖਾ ਦੀ ਰੁੱਤ ਸ਼ੁਰੂ ਹੋ ਗਈ। ਜਦੋਂ ਵਰਖਾ ਦੀ ਰੁੱਤ ਸ਼ੁਰੂ ਹੋਈ ਸਾਰਿਆਂ ਥਾਵਾਂ ਤੇ ਪਾਣੀ ਭਰ ਜਾਂਦਾ ਹੈ, ਠੰਡੀਆਂ ਹਵਾਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਮਹਾਰਾਜ ਨੇ ਆਖਿਆ ਜਲ ਥਲ ਨੀਰ ਭਰੇ, ਸ਼ੀਤਲ ਪਵਨ ਚੁਲਾਰ ਦੇ। ਕਹਿੰਦੇ ਸਾਰੇ ਥਾਵਾਂ ਤੇ ਪਾਣੀ ਭਰਿਆ ਹੋਇਆ, ਠੰਡੀ ਪੌਣ ਚੱਲ ਰਹੀ ਹੈ। ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆਂ, ਸਭ ਥਾਵਾਂ ਤੇ ਨੀਰ ਭਰਿਆ ਹੋਇਆ, ਠੰਡੀ ਹਵਾ ਰੁਮਕਦੀ ਹੈ। ਉਸ ਠੰਡੇ ਮੌਸਮ ਦੇ ਵਿੱਚ ਸੋਨੇ ਦੀ ਸੇਜ ਹੋਵੇ, ਉੱਪਰ ਹੀਰੇ ਲਾਲ ਜੜੇ ਹੋਏ ਹੋਣ, ਸੁਭਰ ਕੱਪੜ ਭੋਗ ਨਾਨਕ ਪਿਰੀ ਵਿਹੂਣੀ ਤੱਤੀਆਂ। ਕਹਿੰਦੇ ਸੋਨੇ ਦੀ ਬਣੀ ਸੇਜਾ ਤੇ ਹੀਰੇ ਜੜੇ ਉੱਪਰ ਸੂਏ ਰੰਗ ਦੇ ਸੋਹਣੇ ਵੇਸ ਧਾਰਨ ਕਰਕੇ ਜੀਵ ਇਸਤਰੀ ਬੈਠੀ ਹੈ ਤੇ ਸਾਧ ਸੰਗਤ ਸਾਰੇ ਪਾਸੇ ਪਾਣੀ ਭਰਿਆ ਹੋਇਆ, ਠੰਡੀ ਹਵਾ ਆ ਰਹੀ ਹੈ, ਸੋਨੇ ਦੀ ਸੇਜਾ ਹੈ। ਪਰ ਜੇ ਮਾਲਕ ਖਸਮ ਪਤੀ ਨਹੀਂ ਆਇਆ ਤਾਂ ਉਸ ਜੀਵ ਰੂਪ ਇਸਤਰੀ ਦੀ ਤਪਸ਼ ਜਿਹੜੀ ਹੈ, ਉਹਦੇ ਮਨ ਨੂੰ ਚੈਨ ਜਿਹੜਾ ਉਹ ਨਹੀਂ ਆਏਗਾ। ਉਹਨੂੰ ਸੁਭਰ ਕੱਪੜ ਭੋਗ ਜਿਹੜੇ ਨੇ ਉਹ ਆਉਣਗੇ ਖਪਾਉਣਗੇ, ਉਹ ਸੁੱਖ ਨਹੀਂ ਦੇ ਸਕਦੇ। ਸੁਭਰ ਕੱਪੜ ਭੋਗ ਨਾਨਕ ਪਿਰੀ ਵਿਹੂਣੀ ਤੱਤੀਆਂ, ਉਹ ਸਾਰੀਆਂ ਸੁੱਖ ਦੇਣ ਵਾਲੀਆਂ ਠੰਡੀਆਂ ਚੀਜ਼ਾਂ ਵੀ ਉਹਨਾਂ ਚੋਂ ਵੀ ਤਪਸ਼ ਮਾਰੇਗੀ ਜੇ ਖਸਮ ਪਤੀ ਕੋਲ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਇਹ ਉਪਦੇਸ਼ ਸਾਨੂੰ ਦ੍ਰਿੜ ਕਰਾਇਆ ਹੈ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲੜਾਏ। ਮਨੁੱਖ ਤਪ ਰਿਹਾ ਹੈ, ਖਪ ਰਿਹਾ ਹੈ, ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਕੇ। ਆਸਾੜ ਤਪੰਦਾ ਤਿਸ ਲੱਗੈ, ਹਰ ਨਹਾਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਕਹਿੰਦੇ ਉਹ ਮਨੁੱਖ ਤਪੇ ਖਪੇ ਹੋਏ ਰਹਿੰਦੇ ਨੇ ਜਿਨ੍ਹਾਂ ਨੇ ਖਸਮ ਪ੍ਰਭੂ ਨੂੰ ਵਿਸਾਰ ਦਿੱਤਾ। ਜਿਹੜਾ ਸਾਰੇ ਜਗਤ ਦਾ ਜੀਵਨ ਹੈ ਤੇ ਮਨੁੱਖਾਂ ਤੋਂ ਆਸ ਲਾ ਲਈ, ਮਾਨਸ ਸੰਧੀ ਆਸ, ਆਪਣੀ ਆਸ ਮਨੁੱਖਾਂ ਤੋਂ ਲਾਈ ਹੋਈ ਹੈ ਕਿ ਸ਼ਾਇਦ ਫਲਾਣੇ ਕੋਲੋਂ ਸਾਨੂੰ ਸੁੱਖ ਮਿਲ ਜਾਏ, ਫਲਾਣਾ ਸਾਡੀ ਆ ਮਨੋਕਾਮਨਾ ਪੂਰੀ ਕਰਦਾ ਏ। ਇਹ ਆਸਾਂ ਮਨੁੱਖਾਂ ਦੇ ਕੋਲੋਂ ਲਾਈਆਂ ਹੋਈਆਂ। ਪਰ ਹਜੂਰ ਨੇ ਆਖਿਆ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਭਗਵਾਨ, ਜਿਸਕੇ ਦਿਏ ਰਹੇ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਖ ਕੰਠ ਪਰੋਏ, ਸਿਮਰ 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 ਪ੍ਰਭ ਸੋਏ, ਨਾਨਕ ਬਿਗਣ ਨਾ ਲਾਗੇ ਕੋਏ। ਮਹਾਰਾਜ ਕਹਿੰਦੇ ਮਨੁੱਖਾਂ ਤੇ ਆਸ ਰੱਖਣੀ ਬਿਲਕੁਲ ਵਿਅਰਥ ਹੈ। ਪਰ ਹੁਣ ਮਨੁੱਖ ਆਪ ਤੋਂ ਕਿਸੇ ਵੱਡੇ ਨਾਲ ਜੁੜਿਆ ਹੋਇਆ ਕਿ ਸ਼ਾਇਦ ਉਹਦੇ ਕੋਲੋਂ ਸੁੱਖ ਮਿਲੇਗਾ। ਕਿਸੇ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਧੜਾ ਬਣਾ ਲਿਆ, ਕਿਸੇ ਨੇ ਆਪਣੇ ਜਵਾਈ ਕੁੜਮਾਂ ਨਾਲ ਸਹੁਰਿਆਂ ਨਾਲ ਧੜਾ ਬਣਾਇਆ ਹੋਇਆ, ਕੋਈ ਵੱਡੇ ਸਿਕਦਾਰ ਤੇ ਚੌਧਰੀ ਨਾਲ ਧੜਾ ਬਣਾ ਕੇ ਬੈਠਾ ਕਿ ਇਹਦੇ ਕੋਲੋਂ ਸੁੱਖ ਮਿਲੇਗਾ। ਮਹਾਰਾਜ ਕਹਿਣ ਲੱਗੇ ਇਹ ਸਾਰੇ ਧੜੇ ਜਿੰਨੇ ਮਰਜ਼ੀ ਤੁਸੀਂ ਬਣਾ ਲਓ, ਸੁੱਖ ਨਹੀਂ ਮਿਲਣਾ।
ਸੁਖ ਤੇ ਤਾਂ ਮਿਲੇਗਾ ਜੇ ਪ੍ਰਭੂ ਚਰਨਾਂ ਵਿੱਚ ਜੁੜੋਗੇ। ਚੌਥੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਨੇ, ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਹਿਓ ਸਮਾਈ। ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪਖ ਧੜਾ ਅਵਰ ਨ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ। ਜਿਨ ਸੋ ਧੜੇ ਕਰੇ ਸੇ ਜਾਹੇ, ਝੂਠ ਧੜੇ ਕਰ ਪਛੋਤਾ ਹੈ। ਕਹਿੰਦੇ ਜਿਨ੍ਹਾਂ ਨਾਲ ਮਨੁੱਖ ਨੇ ਧੜੇ ਬਣਾਏ ਨੇ, ਜਿਨ੍ਹਾਂ ਦਾ ਆਸਰਾ ਲੈ ਰਿਹਾ ਮਨੁੱਖ, ਇਹਨਾਂ ਨੇ ਕਿਸੇ ਨੇ ਵੀ ਇਹਦੇ ਕੰਮ ਨਹੀਂ ਆਉਣਾ, ਕਿਉਂਕਿ ਸਭ ਸਵਾਰਥ ਕਰਕੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਪਰ ਪਰਮੇਸ਼ਰ ਨਿਰੰਕਾਰ, ਉਹਨੂੰ ਕੋਈ ਸਵਾਰਥ ਨਹੀਂ, ਦੇਂਦਾ ਰਹੇ ਨਾ ਚੂਕੇ ਭੋਗ। ਉਹਨੂੰ ਕੋਈ ਸਵਾਰਥ ਨਹੀਂ, ਕਦੇ ਉਹਨੇ ਲੇਖਾ ਜੋਖਾ ਨਹੀਂ ਜੀਵਨ ਨਾਲ ਕੀਤਾ। ਉਹ ਬੇਅੰਤ ਦਾਤਾ ਬੇਅੰਤ ਸੁਖ ਜੀਵਨ ਨੂੰ ਬਖਸ਼ਣ ਵਾਲਾ ਹੈ। ਮਹਾਰਾਜ ਨੇ ਆਖਿਆ ਜਿਨ੍ਹਾਂ ਨੇ ਮਨੁੱਖਾਂ ਦੀ ਆਸ ਲਾਈ ਹੈ, ਉਹਨਾਂ ਨੂੰ ਤਪਸ ਜਿਹੜੀ ਹੈ ਵਿਆਪਦੀ ਰਹਿੰਦੀ ਹੈ। ਦੋਏ ਪਾਏ ਵਿਗੁਚੀਐ ਗਲ ਪਈ ਸਜਮ ਕੀ ਫਾਸ। ਹੁਣ ਦੂਜੇ ਭਾਵ ਦੇ ਵਿੱਚ ਮਨੁੱਖ ਜੀ ਰਿਹਾ ਹੈ। ਦੂਜੇ ਭਾਵ ਦਾ ਅਰਥ ਹੈ ਇੱਕ ਪਰਮੇਸ਼ਰ ਖਸਮ ਨੂੰ ਛੱਡ ਕੇ ਕਿਸੇ ਹੋਰ ਦੂਜੇ ਤੇ ਵੀ ਟੇਕ ਰੱਖਣੀ, ਕਿਸੇ ਹੋਰ ਦੂਜੇ ਦਾ ਵੀ ਆਸਰਾ ਤੱਕਣਾ। ਤੇ ਸਾਧ ਸੰਗਤ ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ ਬੜੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ। ਜੇਕਰ ਮਨੁੱਖ ਇਸ ਗੱਲ ਨੂੰ ਸਮਝੇ ਤਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਅਸੀਂ ਸਮਝ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਭਾਈ ਗੁਰਦਾਸ ਜੀ ਨੇ ਬੜੀਆਂ ਸੁੰਦਰ ਉਦਾਹਰਨਾਂ ਦਿੱਤੀਆਂ ਨੇ। ਭਾਈ ਸਾਹਿਬ ਕਹਿੰਦੇ ਜੇ ਬੰਦਾ ਇੱਕ ਬੇੜੀ ਵਿੱਚ ਸਵਾਰ ਹੋਵੇ ਤੇ ਸਮੁੰਦਰ ਤੋਂ ਪਾਰ ਹੋ ਜਾਏਗਾ। ਜੇ ਬੰਦਾ ਦੋ ਬੇੜੀਆਂ 'ਚ ਲੱਤ ਰੱਖ ਲਏ ਤੇ ਫਿਰ ਤੇ ਮੌਤ ਯਕੀਨੀ ਹੈ, ਬਚ ਨਹੀਂ ਸਕਦਾ। ਪਤਨੀ ਜੇ ਆਪਣੇ ਪਤੀ ਤੋਂ ਬਗੈਰ ਕਿਸੇ ਹੋਰ ਦੂਜੇ ਮਨੁੱਖ ਦਾ ਖਿਆਲ ਵੀ ਮਨ ਵਿੱਚ ਰੱਖੇ ਤੇ ਉਹ ਘਰ ਕਦੇ ਸੁਖੀ ਨਹੀਂ ਵਸ ਸਕਦਾ। ਇਹ ਉਦਾਹਰਨ ਪਤੀ ਵਾਸਤੇ ਵੀ ਉਨੀ ਹੀ ਲਾਗੂ ਹੁੰਦੀ ਹੈ। ਕਹਿਣ ਤੋਂ ਭਾਵ ਇੱਕ ਨਿਰੰਕਾਰ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਦੇ ਕੋਲੋਂ ਸੁੱਖਾਂ ਦੀ ਆਸ ਰੱਖਣੀ ਬਿਲਕੁਲ ਵਿਅਰਥ ਹੈ। ਸੁੱਖ ਨਹੀਂ ਮਿਲ ਸਕਦੇ। ਤੇ ਭਾਈ ਗੁਰਦਾਸ ਦੇ ਮੈਂ ਬਚਨ ਸਾਂਝੇ ਕਰਾਂ। ਕਹਿੰਦੇ ਮਨੁੱਖ ਕਈ ਵਾਰੀ ਅਣਜਾਣ ਪੁਣੇ ਵਿੱਚ ਹੀ ਇਹ ਸਾਰਾ ਕੁਝ ਕਰੀ ਜਾਂਦਾ ਹੈ। ਇੱਕ ਨਿਰੰਕਾਰ ਪਰਮੇਸ਼ਰ ਨੂੰ ਛੱਡ ਕੇ ਕਈਆਂ ਥਾਵਾਂ ਤੇ ਤੁਰਿਆ ਫਿਰਦਾ ਹੈ ਕਿ ਫਲਾਣੇ ਥਾਂ ਤੇ ਜਾਵਾਂ ਸ਼ਾਇਦ ਸੁੱਖ ਮਿਲੇ, ਫਲਾਣੇ ਥਾਂ ਤੇ ਜਾਵਾਂ ਸ਼ਾਇਦ। ਭਾਈ ਗੁਰਦਾਸ ਕਹਿੰਦੇ ਨੇ ਧਿਆਨ ਰੱਖਿਓ, ਕਈ ਵਾਰੀ ਆਪਾਂ ਵੇਖਦੇ ਹਾਂ ਵੱਛਾ ਜਦੋਂ ਛੱਡੀਏ ਗਾਂ ਚੋਣ ਵਾਸਤੇ ਤੇ ਵੱਛਾ ਭੱਜ ਕੇ ਕਾਹਲੀ ਨਾਲ ਆਪਣੀ ਗਾਂ ਨੂੰ, ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਦੂਜੀ ਗਾਂ ਥੱਲੇ ਜਾ ਕੇ ਥਣਾ ਨੂੰ ਮੂੰਹ ਮਾਰਦਾ ਨਾ ਜਦੋਂ, ਤੇ ਭਾਈ ਸਾਹਿਬ ਕਹਿੰਦੇ ਤੁਸੀਂ ਵੇਖਿਓ ਉਹਨੂੰ ਉੱਥੋਂ ਦੁੱਧ ਨਹੀਂ ਮਿਲਣਾ, ਛੜਾ ਮਿਲਣਗੀਆਂ, ਲੱਤਾਂ ਖਾਣੀਆਂ ਪੈਣਗੀਆਂ। ਜੈਸੇ ਬਸ਼ਰਾ ਬਿਸ਼ਰ ਪਰੇ ਆਨ ਗਾਏ ਥਣ, ਦੁਗਧ ਨਾ ਪਾਣ ਕਰੇ ਮਾਰਤ ਹੈ ਲਾਤ ਕੀ। ਉਹਨੂੰ ਲੱਤਾਂ ਦੀ ਮਾਰ ਪੈਂਦੀ, ਦੁੱਧ ਨਹੀਂ ਮਿਲਦਾ। ਜੈਸੇ ਮਾਨ ਸਰ ਤਿਆਗ ਆਣ ਸਰ ਜਾਤ ਹੰ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਕਹਿੰਦੇ ਮਾਨ ਸਰੋਵਰ ਨੂੰ ਛੱਡ ਕੇ ਹੰਸ ਉੱਡ ਕੇ ਕਿਸੇ ਹੋਰ ਛੱਪੜ ਤੇ ਜਾ ਕੇ ਬਹਿ ਗਿਆ ਤਾਂ ਕੀ ਹੋਇਆ? ਛੱਪੜ ਤੇ ਜਾ ਕੇ ਉਹਨੂੰ ਮੋਤੀ ਨਹੀਂ ਮਿਲੇ, ਜਿਹੜੀ ਖੁਰਾਕ ਸੀ ਉਹ ਨਹੀਂ ਮਿਲੀ, ਖੱਜਲ ਖੁਆਰੀ ਪੱਲੇ ਪਈ, ਦੁਖੀ ਹੋ ਕੇ ਵਾਪਸ ਮੁੜਨਾ ਪਿਆ, ਦੁਖੀ ਹੋਇਆ। ਤੀਸਰੀ ਉਦਾਹਰਨ ਦਿੱਤੀ, ਜੈਸੇ ਰਾਜ ਦੁਆਰ ਤਜ ਆਣ ਦੁਆਰ ਜਾਤ ਜਨ ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ। ਕਹਿੰਦੇ ਇੱਕ ਮਨੁੱਖ ਨੇ ਆਪਣੇ ਦੇਸ਼ ਦੇ ਰਾਜੇ ਨੂੰ ਛੱਡ ਕੇ ਆਪਣੀ ਫਰਿਆਦ ਕਿਸੇ ਹੋਰ ਦੇਸ਼ ਦੇ ਰਾਜੇ ਕੋਲ ਜਾ ਕੇ ਕੀਤੀ ਤਾਂ ਹੋਇਆ, ਉੱਥੇ ਉਹਦੀ ਫਰਿਆਦ ਸੁਣੀ ਨਹੀਂ ਗਈ, ਉਹਦਾ ਉੱਥੇ ਕੋਈ ਮਾਣ ਤਾਣ ਨਹੀਂ ਕਿਸੇ ਕੀਤਾ, ਖੱਜਲ ਖੁਆਰ ਹੋ ਕੇ ਉਹਨੂੰ ਵਾਪਸ ਹੀ ਮੁੜਨਾ ਪਏਗਾ। ਤੇ ਭਾਈ ਸਾਹਿਬ ਨੇ ਅੰਤ ਵਿੱਚ ਫੈਸਲਾ ਦਿੱਤਾ,
तैसे गुर सिख आन देव की शरण जाहे, रहे ना सख्त राख सख्त ना पात की। कहते गुरु समर्थ है, गुरु की शरण में जोड़ा मनुख आ जाता है, समर्थ गुरु उन्होंने चरणों नाल जोड़ लैंदा। मनुख जिड्डा मर्जी वड्डा अपराधी होवे, जे तां समुंद सागर नीर भरिया, तेते औगण हमारे। दया करो किश मेहर पावो, डुबदे पत्थर तारे। औगण आरे मनुख नूं भी गुरु चरनां विच थां दे के जीवन सवार दिंदा है। पर जे गुरु दा दर छड्ड के मनुख होर दरां ते भटकेगा ते ਉਹਨੂੰ ਸੁੱਖ नहीं मिलना। ਧੱਕੇ ਤੋੜੇ खा के आखिर मुड़ गुरु के चरणों ਵਿੱਚ ਆਉਣਾ ਪਵੇਗਾ। ਹੋਰ ਕਿਸੇ ਵਿੱਚ ਸਮਰਥਾ नहीं कि ਤੁਹਾਨੂੰ शरण आया ਨੂੰ को रख सके। पूरा गुरु ही समर्थ है। जिवें ਬੱਚੇ ਨੂੰ ਦੂਜੀ ਗਾਂ ਥੱਲੇ ਜਾ ਕੇ ਦੁੱਧ ਨਹੀਂ ਮਿਲਿਆ, ਲੱਤਾਂ ਖਾਣੀਆਂ ਪਈਆਂ, ਇਸੇ ਤਰ੍ਹਾਂ ਮਨੁੱਖ ਦੀ ਹਾਲਤ ਵੀ ਬਣ ਜਾਂਦੀ ਹੈ। ਗੁਰੂ ਦਾ ਦਰ ਛੱਡ ਕੇ, परमेश्वर नूं छड्ड के होरां अगे जा जा फरियादां करदा कुछ भी नहीं मिलता। पर निरंकार परमेश्वर सारे सुख देण वाला। भाई साहब कहंदे ने जिस वेले मनुखां ते आस रखी, सुख नहीं मिले, खज्जल खुआरी होई, ते महाराज इत्थे बख्शिश करदे दोए भाए विगुचिए गल पईस जम की फास। कहते जमां दी फाई गल विच पै जांदी है, मनुख होर विकारां विच घिर जांदा है। जेहा बीजै सो लुणै मथै जो लिखियास। कहते अटल निज़म है कि जेहो जे कर्म मनुख करेगा, ओहो जिहा फल ओनू वढना पैना है। ਜਿਹੋ ਜੇ ਕਰਮ ਅਸੀਂ ਕਰਾਂਗੇ, ਉਹੋ ਜੇ ਸਾਡੇ ਮਸਤਕ ਦੇ ਲੇਖ ਬਣ ਜਾਣਗੇ, ਜਿਹੋ ਜੇ ਕਰਮ ਕਰ ਰਹੇ ਹਾਂ। ਇਸ ਕਰਕੇ ਹਜੂਰ ਨੇ ਆਖਿਆ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਜਿੰਨੀ ਕਮੀ ਨਾਹੇ ਗੁਣ, ਤੇ ਕਮੜੇ ਵਿਸਾਰ। मत शर्मिंदा थीवी साईं दे दरबार। फरीदा जे तू अकल लतीफ, काले लिखना लेख, आपने गिरीवान में सिर नीवा कर देख। कहते तू काले लेख ना लिख, तू अपने लेख आप लिख रहा। भाव जो तू कर्म कर रहा है ਉਹਦਾ फल तेनों भुगतना पैना है। जो बीज तू बीजिया है वह वढना पैना है। ते गुरबाणी दे विच बड़े प्यारे बचन महाराज दे, बीजे बिख मंगे अमृत। कहते बीजदा ते जहर है, पर कहता मैनू अमृत मिले। ये मनुखों की कहानी है। असी सारे मनुख इसे कैटागरी दे विच शामिल हाँ। साडे कर्म ते इन्ने चंगे नहीं, पर असी फल बड़ा चंगा चाहुंदे हाँ, फल चंगा चाहुंदे हाँ। जिस तरह बाबा फरीद साहब कहते ने, फरीदा लोड़ है दाख बजौरियां, किकर बीजे जट। किकरां बीज के बजौर देख देश दियां वधिया दाखां प्राप्त करनियां चाहुंदे हां। हंडे उन कताएं दा पैदा लोड़ है पट। साडे कर्म इन्ने चंगे नहीं, पर फल दी आस असी लाई भी चंगा मिलेगा। महाराज ने आख्या जे चंगा फल चाहुंदे हां, चंगे कर्म करिए, चंगा बीज बीजिए, चंगे फल मिल जाणगे। वेखो ये न्याऊ महाराज कहते कित्थों दा न्याऊ है। बीजे बिख मंगे अमृत। जे जहर बीजदा ते जहर ही मिलेगी, अमृत बीजांगे अमृत मिलेगा। महाराज ने आख्या जेहा बीजे सो लुणे, मथे जो लिखियास। रैन विहाणी, रैन दा आखरी अर्थ रात, पर इत्थे रैन दा अर्थ महाराज ने कीता मनुखी जिंदगी। इस मनुखी जिंदगी नूं एक रात आख्या। कहते मनुखी जिंदगी दी रात जदों बतीत हो जाती है, भाव जदों जीव नूं संसार तो जान लई सद्दा आ जाता है, चिट्ठी आउंदी मालक वल्लों, घर घर एहो पहुंचा सदड़े नित पवन। जदों सद्दा आउंदा है ते मनुख पछतावा करदा होया संसार तो जांदा है, सोचदा कि मैं कोई अजिहा कर्म कर ही नहीं सकिया जिहदे नाल मैनूं परमेश्वर दे मालक दे घर जाके माण मिलदा। क्योंकि उत्थे ते लेखा होना चंगियाइयां बुराइयां वाचे धर्म हदूर।
ਕਰਮੀ ਆਪੋ ਆਪਣੀ ਕੇ ਨੇੜੇ ਕੀ ਦੂਰ। ਕਹਿੰਦੇ ਪਛਤਾਵਾ ਕਰਦਾ ਮਨੁੱਖ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ। ਜਿਨ ਕਉ ਸਾਧੂ ਭੇਟੀਐ ਸੋ ਦਰਗਾ ਹੋਏ ਖਲਾਸ। ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਸਾਧੂ ਦਾ ਭਾਵ ਗੁਰੂ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ, ਉਹਨਾਂ ਨੂੰ ਕਹਿੰਦੇ ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ। ਉਹ ਖਲਾਸੀ ਪਾਲਗਾਹ ਵਿੱਚ ਸੁਰਖਰੂ ਹੋ ਕੇ ਜਾਂਦੇ ਨੇ। ਉਹਨਾਂ ਨੂੰ ਸਮਝ ਆ ਜਾਂਦੀ ਕਲ ਤਾਤੀ ਠੰਡਾ ਹਰ ਨਾਉ। ਸਮਝ ਆ ਗਈ ਕਿ ਠੰਡਾ ਤੇ ਪਰਮੇਸ਼ਰ ਦਾ ਨਾਮ ਹੈ, ਸੁਖ ਦੇਣ ਵਾਲਾ ਤੇ ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਉਹ ਹੋਰ ਕਿਸੇ ਵੀ ਕਰਮ ਧਰਮ ਵਿੱਚ ਨਹੀਂ ਫਸਦੇ, ਨਿਰੰਕਾਰ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਨੇ। ਉਹਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਪ੍ਰੀਤ ਸਿੰਘ, ਅੰਮ੍ਰਿਤਵਾਲਾ ਟਰਸਟ ਵੱਲੋਂ। ਜੇ ਪਿਆਸ ਨਹੀਂ ਤੇ ਤੁਹਾਡੇ ਸਾਹਮਣੇ ਸਕੰਜਵੀ ਸਰਬਤ ਜੋ ਮਰਜ਼ੀ ਲਿਆ ਕੇ ਰੱਖੀ ਜਾਈਏ, ਉਹ ਗੱਲ ਨਹੀਂ ਬਣਨੀ। ਪਰ ਜਦੋਂ ਪਿਆਸ ਲੱਗੀ ਹੋਵੇਗੀ, ਜਲ ਛਕਣ ਦਾ ਆਨੰਦ ਵੀ ਉਦੋਂ ਹੀ ਆਏਗਾ। ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਅੰਦਰ ਪੈਦਾ ਹੋ ਜਾਏ। ਪਿਆਸ, ਜਿਸ ਤਰ੍ਹਾਂ ਬਾਬਾ ਰਵਿਦਾਸ ਜੀ ਕਹਿੰਦੇ ਨੇ, ਬਹੁਤ ਜਨਮ ਬਿਸ਼ਰੇ ਥੇ ਮਾਧੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੈ। ਪਿਆਸ ਪੈਦਾ ਹੋ ਗਈ ਅੰਦਰ। ਇਹ ਦੋਏ ਨੈਣਾ ਮਤ ਛੂ ਹੋ ਫਿਰ ਦੇਖਣ ਕੀ ਆਸ। ਬਾਬਾ ਫਰੀਦ ਸਾਹਿਬ ਦੇ ਬਚਨ ਨੇ। ਇਹ ਪਿਆਸ ਤੜਪ ਅੰਦਰ ਪੈਦਾ ਹੋਣੀ ਚਾਹੀਦੀ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਆਂ ਦੁੱਖ। ਜਦੋਂ ਪਿਆਸ ਅੰਦਰ ਪੈਦਾ ਹੋਏਗੀ ਦਰਸ਼ਨਾਂ ਦੀ, ਤੇ ਸੱਚਮੁੱਚ ਫਿਰ ਅੰਦਰ ਆਨੰਦ ਬਣੇਗਾ ਦਰਸ਼ਨ ਕਰਕੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਗੁਰੂ ਨਾਨਕ ਸਾਹਿਬ ਇੱਥੇ ਪੰਜਵੇਂ ਸਰੂਪ ਦੇ ਵਿੱਚ ਅਰਦਾਸ ਕਰਦੇ ਨੇ, ਹੇ ਪ੍ਰਭੂ ਤੇਰੇ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਸਾਨੂੰ, ਤੇਰਾ ਹੀ ਆਸਰਾ ਹੈ। ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਆਣ ਨਾ ਬੀਆ ਤੇਰੀ ਸਮਸਰ। ਕਹਿੰਦੇ ਤੇਰੇ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ, ਤੇਰੇ ਤੋਂ ਬਿਨਾ ਹੋਰ ਕਿਸੇ ਨੇ ਢੋਈ ਨਹੀਂ ਦੇਣੀ ਸਾਨੂੰ। ਤੇ ਬਾਬਾ ਫਰੀਦ ਸਾਹਿਬ ਦੇ ਪਾਵਨ ਬਚਨ ਨੇ ਕਹਿਣ ਲੱਗੇ, ਉਸ ਮਾਲਕ ਤੇ ਭਰੋਸਾ ਰੱਖਿਓ, ਉਹਦਾ ਦਰ ਛੱਡ ਕੇ ਕਿਤੇ ਹੋਰ ਨਾ ਜਾਇਓ, ਉਹਦੇ ਦਰ ਤੇ ਰਹਿਓ। ਉਹ ਬੜਾ ਸਮਰੱਥ ਤੇ ਕਿਰਪਾਲੂ ਹੈ, ਆਪ ਬਖਸ਼ਿਸ਼ ਕਰੇਗਾ ਸਾਡੇ ਤੇ, ਆਪ ਰਹਿਮਤ ਕਰੇਗਾ। ਤੇ ਐਸਾ ਮੌਕਾ ਬਣ ਜਾਏ, ਉਹਦਾ ਦਰ ਛੱਡ ਕੇ ਕਿਤੇ ਜਾਣਾ ਪੈ ਜਾਏ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਉਹ ਦਿਨ ਮੈਂ ਵੇਖਣਾ ਨਹੀਂ ਚਾਹੁੰਦਾ। ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਤਾਂ ਜੀਓ ਸਰੀਰੋਂ ਲੈ। ਕਹਿੰਦੇ ਤੇਰਾ ਦਰ ਛੱਡ ਕੇ, ਤੇਰਾ ਆਸਰਾ ਛੱਡ ਕੇ ਕਿਤੇ ਹੋਰ ਨਾ ਜਾਣਾ ਪਵੇ। ਜੇ ਕਿਤੇ ਐਸਾ ਸਮਾਂ ਆ ਜਾਏ ਤਾਂ ਉਹ ਦਿਨ ਮੈਂ ਵੇਖਣਾ ਨਹੀਂ ਚਾਹੁੰਦਾ। ਇਹਦੇ ਨਾਲੋਂ ਚੰਗਾ ਤੂੰ ਮੇਰੇ ਸਰੀਰ ਵਿੱਚੋਂ ਪ੍ਰਾਣ ਹੀ ਕੱਢ। ਇੰਨਾ ਭਰੋਸਾ, ਇੰਨਾ ਵਿਸ਼ਵਾਸ, ਇਹ ਅਕੀਦਾ, ਇਹ ਭਰੋਸਾ ਵਿਸ਼ਵਾਸ ਸਾਡੇ ਅੰਦਰ ਵੀ ਬਣ ਜਾਣਾ ਚਾਹੀਦਾ। ਜਦੋਂ ਇਹ ਭਰੋਸਾ ਤੇ ਵਿਸ਼ਵਾਸ ਗਾ ਕਿ ਉਸ ਨਿਰੰਕਾਰ ਪਰਮੇਸ਼ਰ ਤੋਂ ਬਿਨਾਂ ਸਾਡਾ ਕੋਈ ਹੋਰ ਆਸਰਾ ਹੈ ਹੀ ਨਹੀਂ, ਤੇ ਮਨੁੱਖ ਥਾਂ ਥਾਂ ਤੇ ਮੱਥੇ ਟੇਕਣੇ ਛੱਡ ਦੇਗਾ, ਮਨ ਮਤ ਕਰਨੀ ਛੱਡ ਦੇਗਾ, ਫਿਰ ਥਾਂ ਥਾਂ ਤੇ ਪੂਜਾ ਕਰਨੀ ਛੱਡ ਦੇਗਾ। ਫਿਰ ਸਮਝ ਆ ਜਾਏਗੀ ਪੂਜੋ ਰਾਮ ਏਕ ਹੀ ਦੇਵਾ। ਸਮਝ ਆ ਜਾਏਗੀ ਪੂਜਣ ਯੋਗ, ਉਸਤਤ ਕਰਨ ਯੋਗ ਇੱਕ ਨਿਰੰਕਾਰ ਪਰਮੇਸ਼ਰ ਹੈ। ਮਹਾਰਾਜ ਕਹਿੰਦੇ, ਹੇ ਪ੍ਰਭੂ ਤੇਰੇ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਕਹਿੰਦੇ ਜੇ ਮਨ ਵਿੱਚ ਪ੍ਰਭੂ ਦੇ ਸੋਹਣੇ ਚਰਨ ਵਸੇ ਰਹਿੰਦੇ ਨੇ, ਉਹਨਾਂ ਨੂੰ ਹਾੜ ਦਾ ਮਹੀਨਾ ਬੜਾ ਸੁਖਦਾਈ ਜਾਪਦਾ ਹੈ। ਭਾਵ ਵਿਸ਼ੇ ਵਿਕਾਰਾਂ ਦੀ ਤਪਸ਼ ਤੋਂ, ਈਰਖਾ ਦੀ ਅੱਗ ਤੋਂ, ਤ੍ਰਿਸ਼ਨਾ ਦੀ ਅੱਗ ਤੋਂ ਬਚੇ ਰਹਿੰਦੇ ਨੇ, ਜੇ ਹਿਰਦੇ ਵਿੱਚ ਪ੍ਰਭੂ ਦੇ ਚਰਨ ਵਸੇ ਰਹਿਣ। ਮੈਂ ਛੋਟੀ ਜਿਹੀ ਗਾਥਾ ਕਹਿ ਕੇ ਸਮਾਪਤੀ ਕਰਾਂ। ਬਹੁਤੀ ਵਾਰੀ ਅਸੀਂ ਇਹ ਵਿਖਾਵਾ ਕਰਦੇ ਕਿ ਅਸੀਂ ਬੜੇ ਸ਼ੀਤਲ ਹਾਂ,
ਅਸੀਂ ਬੜੇ ਆਨੰਦ ਵਿੱਚ ਹਾਂ, ਪਰ ਅੰਦਰ ਸਾਡੇ ਅੱਗ ਭਰੀ ਹੋਈ ਆ, ਅੰਦਰੋਂ ਅਸੀਂ ਸੜੇ ਤੇ ਪੁੱਜੇ ਹੋਏ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਬੜਾ ਪਿਆਰਾ, ਜਿਸ ਦਾ ਨਾਮ ਭਾਈ ਸੁਥਰੇ ਸ਼ਾਹ ਜੀ ਹੈ, ਉਹ ਬੜੇ ਵਿਅੰਗਮਈ ਢੰਗ ਦੇ ਨਾਲ ਕਈ ਸਿੱਖਿਆਵਾਂ ਸਾਨੂੰ ਦੇ ਰਿਹਾ ਹੈ। ਕਹਿੰਦੇ ਇੱਕ ਦਿਨ ਕੀ ਹੋਇਆ, ਮਹਾਰਾਜ ਦੇ ਕੋਲ ਇੱਕ ਸਾਧੂ ਆ ਗਿਆ, ਜਿਸ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਤਨ ਤੇ ਸੁਆਹ ਮਲੀ ਹੋਈ ਹੈ, ਤੇ ਭਾਈ ਸੁਥਰੇ ਸ਼ਾਹ ਜੀ ਉਹਨੂੰ ਵੇਖ ਵੇਖ ਕੇ ਮੁਸਕਰਾ ਰਹੇ, ਹੱਸ ਰਹੇ ਨੇ। ਕਹਿੰਦੇ ਸਾਧੂ ਵੇਖਦਾ ਏ ਤੇ ਵੇਖਦਿਆਂ ਵੇਖਦਿਆਂ ਅੰਦਰ ਗੁੱਸਾ ਭਰ ਰਿਹਾ ਹੈ ਕਿ ਇਹ ਮਨੁੱਖ ਮੈਨੂੰ ਵੇਖ ਕੇ ਹੱਸਦਾ ਪਿਆ। ਕਹਿੰਦੇ ਥੋੜੀ ਦੇਰ ਬਾਅਦ ਜਦੋਂ ਕੋਲ ਗਏ ਤੇ ਕੋਲ ਜਾ ਕੇ ਖੜ ਗਏ, ਵੇਖ ਕੇ ਫਿਰ ਮੁਸਕਰਾਉਂਦੇ ਨੇ, ਤੇ ਕੋਲ ਖੜੇ ਭਾਈ ਸੁਥਰੇ ਸ਼ਾਹ ਜੀ ਨੇ ਆਪਣੇ ਹੱਥ ਦੇ ਨਾਲ ਉਸ ਸਾਧੂ ਦੇ ਮਲੇ ਹੋਏ ਪਿੰਡੇ ਤੇ ਮਲੀ ਹੋਈ ਰਾਖ ਜਿਹੜੀ ਨਾ, ਉਹਨੂੰ ਹੱਥ ਲਾ ਕੇ ਪੁੱਛਿਆ, ਜੀ ਆਹ ਕੀ ਹੈ? ਕਹਿਣ ਲੱਗੇ ਰਾਖ ਹੈ। ਕਹਿੰਦੇ ਅੱਛਾ ਜੀ। ਕਹਿੰਦੇ ਜਿਹੜੀ ਰਾਖ ਹੈ ਪਾਪ ਸਵਾਹ ਹੈ, ਇਹ ਲੱਕੜਾਂ ਦੀ ਜਾਂ ਪਾਥੀਆਂ ਗੋਹਿਆਂ ਦੀ? ਤੇ ਸਾਧੂ ਨੇ ਜਵਾਬ ਦਿੱਤਾ, ਕਹਿੰਦਾ ਜੀ ਇਹ ਪਾਥੀਆਂ ਗੋਹਿਆਂ ਦੀ ਹੈ। ਅਗਲੀ ਗੱਲ ਕੀਤੀ, ਕਹਿਣ ਲੱਗੇ ਗੋਹੇ ਮੱਝਾਂ ਦੇ ਸੀ ਜਾਂ ਗਾਵਾਂ ਦੇ ਸੀ? ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਸਾਧੂ ਦਾ ਪਾਰਾ ਚੜ ਗਿਆ। ਬਾਹਰੋਂ ਰਾਖ ਮਲ ਕੇ ਠੰਡਾ ਹੋਣ ਦਾ, ਸ਼ੀਤਲ ਹੋਣ ਦਾ ਜਿਹੜਾ ਪ੍ਰਗਟਾਵਾ ਕਰ ਰਿਹਾ ਸੀ, ਅੰਦਰ ਦੀ ਅੱਗ ਬਾਹਰ ਆ ਗਈ। ਉਸੇ ਵੇਲੇ ਹੀ ਭਾਈ ਸੁਥਰੇ ਸ਼ਾਹ ਜੀ ਨੂੰ ਮਾਰਨ ਵਾਸਤੇ ਭੱਜਿਆ ਤੇ ਹਜੂਰ ਨੂੰ ਜਾ ਕੇ ਸ਼ਿਕਾਇਤ ਕੀਤੀ। ਕਹਿੰਦੇ ਤੁਹਾਡੇ ਸਿੱਖ ਕੈਸੇ ਨੇ, ਇਹਨਾਂ ਨੂੰ ਕਿਸੇ ਸਾਧੂ ਮਹਾਤਮਾ ਦਾ ਸਤਿਕਾਰ ਕਰਨਾ ਨਹੀਂ ਆਉਂਦਾ। ਤੇ ਭਾਈ ਸੁਥਰੇ ਸ਼ਾਹ ਨੇ ਹੱਥ ਜੋੜ ਕੇ ਆਖਿਆ, ਜੀ ਮੈਂ ਤੇ ਕੋਈ ਮਾੜੀ ਗੱਲ ਨਹੀਂ ਕਹੀ, ਮੈਂ ਤੇ ਜਾਣਕਾਰੀ ਲੈ ਰਿਹਾ ਸੀ ਕਿ ਬਾਹਰੋਂ ਤੇ ਸਵਾਹ ਮਲੀ ਹੋਈ ਹੈ, ਹੁਣ ਸਵਾਹ ਠੰਡੀ ਹੁੰਦੀ ਹੈ, ਪਰ ਅੰਦਰ ਤੇ ਅੱਗ ਉਵੇਂ ਭਰੀ ਹੋਈ ਹੈ। ਗੁਰਦੇਵ ਪਾਤਸ਼ਾਹ ਦੇ ਪਾਵਨ ਬਚਨ ਨੇ, ਅੰਤਰ ਅਗਨ ਬਾਹਰ ਤਨ ਸਵਾਹ, ਅੰਦਰ ਅੱਗ ਹੈ ਬਾਹਰੋਂ ਸਵਾਹ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰਿਆ ਥਾ। ਮਹਾਰਾਜ ਨੇ ਆਖਿਆ ਤੇਰਾ ਪਾਰ ਉਤਾਰਾ ਭਲਾ ਕਿਵੇਂ ਹੋਏਗਾ? ਅੰਦਰ ਵਿਕਾਰਾਂ ਦੀ ਅੱਗ ਭਰੀ ਹੈ, ਬਾਹਰੋਂ ਸ਼ੀਤਲ ਹੋਣ ਦਾ ਨਿਮਰਤਾ ਦੇ ਵਿਖਾਵੇ ਕਰਦਾ ਏ। ਸੱਚਮੁੱਚ ਜੇ ਤੇਰੇ ਅੰਦਰ ਪ੍ਰਭੂ ਦੇ ਸੋਹਣੇ ਚਰਨ ਵਸ ਜਾਣ ਤੇ ਤੂੰ ਤਾਂ ਹੀ ਸ਼ੀਤਲ ਹੋ ਸਕਦਾ ਹੈ। ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ, ਸ਼ੀਤਲ ਥੀਵੇ ਨਾਨਕਾ, ਜਪੰਦੜੋ ਹਰ ਨਾਮ। ਸਤਿਗੁਰੂ ਰਹਿਮਤ ਕਰੇ, ਆਪਾਂ ਵੀ ਹਾੜ ਦੇ ਮਹੀਨੇ ਰਾਹੀਂ ਗੁਰੂ ਦਾ ਇਹ ਉਪਦੇਸ਼ ਗ੍ਰਹਿਣ ਕਰੀਏ, ਇੱਕ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਜੁੜੀਏ। ਉਹ ਹੀ ਸਮਰੱਥ ਹੈ, ਉਹ ਹੀ ਸੁੱਖਾਂ ਦਾ ਦਾਤਾ ਹੈ, ਉਹ ਹੀ ਸਾਡੇ ਸਾਰੇ ਕਾਰਜ ਸਵਾਰਨ ਵਾਲਾ। ਕਿਸੇ ਹੋਰ ਤੇ ਆਸ ਨਾ ਰੱਖੀਏ, ਉਹਦੇ ਚਰਨਾਂ ਦਾ ਧਿਆਨ ਧਰਾਂਗੇ, ਜੀਵਨ ਵਿੱਚ ਸਦੀਵੀ ਆਨੰਦ ਬਣਿਆ ਰਹੇਗਾ। ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਸਤਿਗੁਰਾਂ ਨੇ ਆਪ ਰਹਿਮਤ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਬਦ ਦੀ ਵਿਚਾਰ ਕਰਵਾਈ ਹੈ। ਸਮੁੱਚੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸਭਨਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ